ਬੱਚੇਦਾਨੀ ਦੇ ਮੂੰਹ ਦਾ ਕੈਂਸਰ ਯਾਨੀ ਕਿ ਸਰਵਾਈਕਲ ਕੈਂਸਰ ਸੈਕਿੰਡ ਮੋਸਟ ਕਾਮਨ ਕੈਂਸਰ ਹੈ ਔਰਤਾਂ ਦੇ ਵਿੱਚ ਇੰਡੀਆ 'ਚ। ਬਟ ਇਸ ਕੈਂਸਰ ਬਾਰੇ ਔਰਤਾਂ ਦੇ ਵਿੱਚ ਜਾਗਰੂਕਤਾ ਬਿਲਕੁਲ ਵੀ ਨਹੀਂ ਹੈ। ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਬੱਚੇਦਾਨੀ ਦੇ ਮੂੰਹ ਯਾਨੀ ਕਿ ਸਰਵਾਈਕਲ ਕੈਂਸਰ ਬਾਰੇ, ਜਾਣਾਂਗੇ ਇਹਦੇ ਲੱਛਣ ਬਾਰੇ ਅਤੇ ਕਿਵੇਂ ਆਪਾਂ ਇਸ ਚੀਜ਼ ਤੋਂ ਬਚਾ ਕਰ ਸਕਦੇ ਹਾਂ। ਮੈਂ ਹਾਂ ਡਾਕਟਰ ਸ਼ਿਵਾਨੀ ਗਰਗ। ਸਰਵਾਈਕਲ ਕੈਂਸਰ ਯਾਨੀ ਕਿ ਬੱਚੇਦਾਨੀ ਦਾ ਮੂੰਹ ਦਾ ਕੈਂਸਰ ਇੱਕ ਵਾਇਰਸ ਦੇ ਨਾਲ ਹੁੰਦਾ ਹੈ ਜਿਹਨੂੰ ਕਿ HPV ਕਹਿੰਦੇ ਨੇ, ਯਾਨੀ ਕਿ ਹਿਊਮਨ ਪੈਪਿਲੋਮਾ ਵਾਇਰਸ। ਇਹ ਵਾਇਰਸ ਜੋ ਆਪਣੇ ਸਰੀਰ ਦੇ ਵਿੱਚ ਸੈਕਸ਼ੂਅਲ ਕੰਟੈਕਟ ਦੇ ਥਰੂ ਅੰਦਰ ਬੋਡੀ ਦੇ ਵਿੱਚ ਆਂਦਾ ਹੈ ਤੇ ਜੇ ਰਿਸਕ ਫੈਕਟਰਸ ਹੋਣ ਆਪਣੇ ਬੋਡੀ ਦੇ ਵਿੱਚ ਤਾਂ ਇਹ ਕੈਂਸਰ ਹੌਲੀ ਹੌਲੀ 10 ਤੋਂ 15 ਸਾਲ ਦੇ ਵਿੱਚ ਵੱਧਦਾ ਜਾਂਦਾ ਹੈ ਤੇ ਅੰਤ ਵਿੱਚ ਕੈਂਸਰ ਦਾ ਰੂਪ ਲੈ ਲੈਂਦਾ ਹੈ। ਸੋ ਇਹ ਕੀ ਰਿਸਕ ਫੈਕਟਰਸ ਨੇ? ਇਹ ਰਿਸਕ ਫੈਕਟਰਸ ਦੇ ਵਿੱਚ ਸਭ ਤੋਂ ਜ਼ਿਆਦਾ ਕਾਮਨ ਜਿਹੜਾ ਰਿਸਕ ਫੈਕਟਰ ਹੈ ਉਹ ਇਹ ਹੈ ਕਿ ਜਿੰਨੇ ਜ਼ਿਆਦਾ ਸੈਕਸ਼ੂਅਲ ਪਾਰਟਨਰਸ ਹੁੰਦੇ ਨੇ, ਮਲਟੀਪਲ ਸੈਕਸ਼ੂਅਲ ਪਾਰਟਨਰਸ ਨਾਲ ਇਹ ਰਿਸਕ ਵੱਧ ਜਾਂਦਾ ਹੈ। ਜਿੰਨੀ ਛੇਤੀ ਲਾਈਫ ਦੇ ਵਿੱਚ ਸੈਕਸ਼ੂਅਲ ਐਕਟੀਵਿਟੀ ਦੀ ਸ਼ੁਰੂਆਤ ਹੋਵੇ ਉਹਦੇ ਨਾਲ ਇਹ ਰਿਸਕ ਫੈਕਟਰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਰਿਸਕ ਵੱਧ ਜਾਂਦਾ ਹੈ। ਜੇ ਤੁਹਾਨੂੰ HIV ਹੈ ਯਾਨੀ ਕਿ ਇਹੋ ਜਿਹੀ ਬਿਮਾਰੀ ਹੈ ਜਿਹਦੇ ਕਰਕੇ ਤੁਹਾਡੀ ਇਮਿਊਨਿਟੀ ਕਾਫੀ ਡਾਊਨ ਹੈ, ਉਸ ਕਰਕੇ ਵੀ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਰਿਸਕ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਰਿਸਕ ਫੈਕਟਰਸ ਆਉਂਦੇ ਨੇ ਜੇ ਤੁਹਾਡੇ 3 ਤੋਂ ਜ਼ਿਆਦਾ ਡਿਲੀਵਰੀਜ਼ ਹੋਈਆਂ ਹੈ ਜਾਂ ਫਿਰ ਪ੍ਰੈਗਨੈਂਸੀਜ਼ ਹੋਈਆਂ ਹੈ ਤਾਂ ਵੀ ਇਹ ਰਿਸਕ ਵੱਧ ਜਾਂਦਾ ਹੈ। ਇਹਨਾਂ ਤੋਂ ਇਲਾਵਾ ਰਿਸਕ ਫੈਕਟਰਸ ਦੇ ਵਿੱਚ ਆਉਂਦਾ ਹੈ ਜੇ ਤੁਸੀਂ ਸਮੋਕਿੰਗ ਕਰਦੇ ਹੋ ਤਾਂ ਇਹ ਰਿਸਕ ਜ਼ਿਆਦਾ ਹੈ। ਤੇ ਇਸ ਤੋਂ ਇਲਾਵਾ ਰਿਸਕ ਫੈਕਟਰਸ ਦੇ ਵਿੱਚ ਆਉਂਦਾ ਹੈ ਕਿ ਜੇ ਤੁਹਾਡੀ ਡਾਈਟ ਦੇ ਵਿੱਚ, ਖਾਣ ਪੀਣ ਦੇ ਵਿੱਚ ਫਰੂਟਸ ਜਾਂ ਫਿਰ ਸਬਜ਼ੀਆਂ ਦਾ ਇਨਟੇਕ ਘੱਟ ਹੈ ਜਾਂ ਤੁਹਾਡੀ ਡਾਈਟ ਜਿਹੜੀ ਹੈ ਪੂਅਰ ਹੈ, ਉਸ ਕਰਕੇ ਵੀ ਰਿਸਕ ਬੱਚੇਦਾਨੀ ਦਾ ਵੱਧ ਜਾਂਦਾ ਹੈ। ਇਸ ਕਰਕੇ ਦੇਖਿਆ ਗਿਆ ਹੈ ਕਿ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਜੋ ਹੈ ਉਹ ਜਿਹੜੇ ਰੂਰਲ ਪੋਪੂਲੇਸ਼ਨ ਹੈ, ਜਿੱਥੇ ਚੰਗਾ ਖਾਣ ਪੀਣ ਲਈ ਨਹੀਂ ਮਿਲਦਾ ਜਾਂ ਜਿੱਥੇ ਔਰਤਾਂ ਨੂੰ ਜਾਗਰੂਕਤਾ ਘੱਟ ਹੈ, ਉੱਥੇ ਇਹ ਕੈਂਸਰ ਜ਼ਿਆਦਾ ਦੇਖਿਆ ਗਿਆ ਹੈ। ਸੋ ਇਹ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਵਿੱਚ ਕੀ ਲੱਛਣ ਆਉਂਦੇ ਨੇ? ਇਹਦੇ ਜਿਹੜੇ ਲੱਛਣ ਆਉਂਦੇ ਨੇ ਉਸ ਵਿੱਚ ਸਭ ਤੋਂ ਜ਼ਿਆਦਾ ਕਾਮਨ ਲੱਛਣ ਹੈ ਗੰਦੇ ਪਾਣੀ ਦਾ ਪੈਣਾ ਜਾਂ ਫਿਰ ਇਹੋ ਜਿਹੇ ਪਾਣੀ ਦਾ ਪੈਣਾ ਬੱਚੇਦਾਨੀ ਚੋਂ ਜੋ ਬਦਬੂਦਾਰ ਹੈ। ਸੋ ਉਹ ਸਭ ਤੋਂ ਜ਼ਿਆਦਾ ਕਾਮਨ ਸਿੰਪਟਮ ਹੈ। ਇਸ ਤੋਂ ਇਲਾਵਾ ਜਿਹੜਾ ਇਹਦੇ ਵਿੱਚ ਲੱਛਣ ਆਉਂਦਾ ਹੈ ਉਹ ਹੈ ਪੋਸਟ ਮੀਨੋਪੌਜ਼ਲ ਬਲੀਡਿੰਗ, ਯਾਨੀ ਕਿ ਜੇ ਤੁਹਾਡੇ ਪੀਰੀਅਡਸ ਇੱਕ ਵਾਰ ਬੰਦ ਹੋ ਚੁੱਕੇ ਨੇ, ਤੁਹਾਡੀ ਉਮਰ 45 ਤੋਂ 50 ਸਾਲ ਹੈ, ਇੱਕ ਵਾਰ ਪੀਰੀਅਡਸ ਬੰਦ ਹੋ ਚੁੱਕੇ ਨੇ, ਪੀਰੀਅਡਸ ਬੰਦ ਹੋਏ ਨੂੰ 1 ਸਾਲ ਤੋਂ ਜ਼ਿਆਦਾ ਹੋ ਚੁੱਕਿਆ ਹੈ ਤੇ ਉਸ ਤੋਂ ਬਾਅਦ ਬਲੀਡਿੰਗ ਸ਼ੁਰੂ ਹੋ ਰਹੀ ਹੈ ਤਾਂ ਇਹ ਚੀਜ਼ ਕੋਈ ਠੀਕ ਗੱਲ ਨਹੀਂ ਹੈ। ਇਹਨੂੰ ਪੋਸਟ ਮੀਨੋਪੌਜ਼ਲ ਬਲੀਡਿੰਗ ਕਿਹਾ ਜਾਂਦਾ ਹੈ। ਸੋ ਜੋ ਕਿ ਇੱਕ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇ ਤੁਹਾਨੂੰ ਇਰੈਗੂਲਰ ਬਲੀਡਿੰਗ ਹੈ ਯਾਨੀ ਕਿ ਪੀਰੀਅਡ ਦੇ ਦੌਰਾਨ ਮਹੀਨੇ ਦੇ ਵਿੱਚ ਤੁਹਾਨੂੰ 2 ਜਾਂ 3 ਵਾਰ ਪੀਰੀਅਡ ਆ ਰਹੇ ਨੇ ਜਾਂ ਇਹੋ ਜਿਹੇ ਪੀਰੀਅਡ ਆ ਰਹੇ ਨੇ ਜੋ ਬੰਦ ਹੀ ਨਹੀਂ ਹੋ ਰਹੇ, ਤਾਂ ਉਹ ਵੀ ਇੱਕ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਰਿਸਕ ਲੱਛਣ ਹੋ ਸਕਦਾ ਹੈ। ਇਸ ਤੋਂ ਇਲਾਵਾ ਪੇਟ ਦੇ ਵਿੱਚ ਨੀਚੇ ਦਰਦ ਹੋਣਾ ਜਾਂ ਫਿਰ ਪਿਸ਼ਾਬ ਦੇ ਰਿਲੇਟਡ ਕੋਈ ਨਾ ਕੋਈ ਪ੍ਰੋਬਲਮ ਆਉਂਦੇ ਰਹਿਣਾ, ਉਹ ਵੀ ਇੱਕ ਲੱਛਣ ਹੋ ਸਕਦਾ ਹੈ। ਬੱਚੇਦਾਨੀ ਦੇ ਮੂੰਹ ਦਾ ਕੈਂਸਰ ਆਮ ਤੌਰ ਤੇ 45 ਤੋਂ ਲੈ ਕੇ 70 ਸਾਲ ਦੀ ਉਮਰ ਦੇ ਵਿੱਚ ਦੇਖਿਆ ਜਾਂਦਾ ਹੈ, ਪਰ ਇਹ ਪਹਿਲਾਂ ਵੀ ਆਪਣੇ ਲੱਛਣ ਦਿਖਾ ਸਕਦਾ ਹੈ। ਹੁਣ ਜਿਹੜੇ 10 ਤੋਂ 15 ਸਾਲ ਨੇ, ਜਦੋਂ ਸਾਨੂੰ ਆਪਣੇ ਇਸ ਕੈਂਸਰ ਦੇ ਬੰਦੇ ਦਾ ਪਤਾ ਹੀ ਨਹੀਂ ਚੱਲ ਰਿਹਾ, ਜਦੋਂ ਕੋਈ ਲੱਛਣ ਦਿਖਾਈ ਨਹੀਂ ਰਿਹਾ, ਉਸ ਸਮੇਂ ਆਪਾਂ ਕੀ ਕਰ ਸਕਦੇ ਹਾਂ ਜਾਣਨ ਲਈ ਕਿ ਕੀ ਕੋਈ ਬੱਚੇਦਾਨੀ ਦੀ ਪ੍ਰੋਬਲਮ ਜਾਂ ਬੱਚੇਦਾਨੀ ਦੇ ਮੂੰਹ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ। ਸੋ ਇਹਦਾ ਜਿਹੜਾ ਹੱਲ ਹੈ ਉਹ ਹੈ ਪੈਪ ਸਮੀਅਰ ਟੈਸਟ ਦੇ ਰਾਹੀਂ। ਸੋ ਪੈਪ ਸਮੀਅਰ ਟੈਸਟ ਜਿਹੜਾ ਹੈ ਇਹ ਬਹੁਤ ਜ਼ਿਆਦਾ ਕਾਮਨਲੀ ਅਵੇਲੇਬਲ ਟੈਸਟ ਹੈ। ਇਸ ਬਾਰੇ ਹਰ ਇੱਕ ਔਰਤ ਨੂੰ ਜੋ ਕਿ 30 ਸਾਲ ਤੋਂ ਉੱਤੇ ਹੈ ਉਹਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਸੋ ਇਹ ਪੈਪ ਸਮੀਅਰ ਟੈਸਟ ਇੱਕ ਗਾਇਨੇਕੋਲੋਜਿਸਟ ਦੇ ਕੋਲ ਜਾ ਕੇ ਕਰਵਾਇਆ ਜਾਂਦਾ ਹੈ। ਜੇ ਤੁਹਾਡੀ ਉਮਰ 30 ਸਾਲ ਤੋਂ ਉੱਤੇ ਹੈ, ਚਾਹੇ ਤੁਹਾਨੂੰ ਕੋਈ ਲੱਛਣ ਹੈ ਚਾਹੇ ਤੁਹਾਨੂੰ ਕੋਈ ਵੀ ਲੱਛਣ ਨਹੀਂ, ਤੁਹਾਨੂੰ ਇਹ ਟੈਸਟ ਜ਼ਰੂਰ ਜਾ ਕੇ ਕਰਵਾਉਣਾ ਚਾਹੀਦਾ ਹੈ। ਇਸ ਟੈਸਟ ਦੇ ਵਿੱਚ 5 ਤੋਂ 7 ਮਿੰਟ ਲੱਗਦੇ ਨੇ। ਇਹ ਟੈਸਟ ਜਿਹੜਾ ਹੈ ਈਜ਼ੀਲੀ ਗਵਰਨਮੈਂਟ ਹਸਪੀਟਲਸ ਦੇ ਵਿੱਚ ਵੀ ਅਵੇਲੇਬਲ ਹੈ। ਕਈ ਅੱਜ ਕੱਲ੍ਹ ਕੈਂਪਸ ਵੀ ਲੱਗਦੇ ਨੇ ਜਿੱਥੇ ਇਹ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ। ਜੇ ਤੁਸੀਂ ਪ੍ਰਾਈਵੇਟ ਵਿੱਚ ਵੀ ਜਾ ਕੇ ਜੇ ਕਰਾਉਣਾ ਚਾਹੁੰਦੇ ਹੋ ਤਾਂ ਇਹ ਟੈਸਟ ਦੀ ਕੀਮਤ ਸਿਰਫ 700 ਤੋਂ ਲੈ ਕੇ 1500 ਦੇ ਵਿੱਚ ਹੁੰਦੀ ਹੈ, ਜੋ ਕਿ ਆਪਾਂ ਜੋ ਟੈਸਟ ਕਰਵਾਉਣਾ ਹੈ, ਕਿਉਂਕਿ ਇਹ ਟੈਸਟ ਇੱਦਾਂ ਨਹੀਂ ਕਿ ਆਪਾਂ ਬਾਰ-ਬਾਰ ਕਰਾਉਣਾ ਹੈ, 3 ਤੋਂ 5 ਸਾਲ ਦੇ ਵਿੱਚ ਇੱਕ ਵਾਰ ਇਹ ਟੈਸਟ ਕਰਾਉਣਾ ਹੈ। ਇਹ ਟੈਸਟ ਆਪਾਂ ਨੂੰ ਉਸ ਚੀਜ਼ ਬਾਰੇ ਦੱਸਦਾ ਹੈ, ਉਹ ਪ੍ਰੋਬਲਮ ਬਾਰੇ ਦੱਸਦਾ ਹੈ ਜੋ ਪ੍ਰੋਬਲਮ ਆਪਾਂ ਨੂੰ 5 ਤੋਂ 10 ਸਾਲ ਦੇ ਬਾਅਦ ਪਤਾ ਚੱਲਣੀ ਹੈ। ਇਸ ਟੈਸਟ ਨਾਲ ਆਪਾਂ ਨੂੰ ਪਹਿਲਾਂ ਹੀ ਪਤਾ ਚੱਲ ਜਾਂਦਾ ਹੈ ਕਿ ਕੋਈ ਪ੍ਰੋਬਲਮ ਹੈ ਜਾਂ ਨਹੀਂ ਤੇ ਆਪਾਂ ਉਹਦਾ ਟਾਈਮ ਸਿਰ ਹੱਲ ਕੱਢ ਸਕਦੇ ਹਾਂ। ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਣ ਦਾ ਇੱਕ ਤਰੀਕਾ ਹੈ ਵੈਕਸੀਨਸ ਦੀ ਅਵੇਲੇਬਿਲਿਟੀ। ਤੇ ਵੈਕਸੀਨਸ 2 ਨਾਮ ਤੋਂ ਅਵੇਲੇਬਲ ਨੇ ਇੰਡੀਆ ਦੇ ਵਿੱਚ, ਸਰਵਰਿਕਸ ਤੇ ਗਾਰਡਾਸਿਨ। ਇਹ ਵੈਕਸੀਨਸ ਜੋ ਹੈ ਆਪਾਂ ਨੂੰ HPV ਯਾਨੀ ਕਿ ਵਾਇਰਸ ਜੋ ਹੈ ਉਹਦੀ ਮਲਟੀਪਲੀਕੇਸ਼ਨ, ਉਹਦਾ ਵਧਣਾ ਪ੍ਰੀਵੈਂਟ ਕਰਦਾ ਹੈ।
ਤੋ ਇਸ ਕਰਕੇ ਜੇ HPV ਤੁਹਾਡੇ ਸਰੀਰ ਦੇ ਵਿੱਚ ਐਂਟਰ ਕਰ ਵੀ ਚੁੱਕਿਆ ਹੈ ਤੇ ਉਹ ਫਿਰ ਅੱਗੇ ਜਾ ਕੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਵਿੱਚ ਦਾ ਰੂਪ ਲੈਣਾ ਜੋ ਉਹਦਾ ਰਿਸਕ ਹੈ ਉਹ ਘਟਦਾ ਜਾਂਦਾ ਹੈ। ਸੋ ਇਹ ਵੈਕਸੀਨ ਕਦੋਂ ਲੱਗਦੀ ਹੈ? ਇਹ ਵੈਕਸੀਨ ਲੱਗਦੀ ਹੈ 9 ਸਾਲ ਦੀ ਉਮਰ ਤੋਂ ਸ਼ੁਰੂ ਹੋ ਕੇ 26 ਸਾਲ ਦੀ ਉਮਰ ਤੱਕ। ਵੈਕਸੀਨ ਦਾ ਫਾਇਦਾ ਉਦੋਂ ਹੀ ਹੈ ਜੇ ਆਪਾਂ ਉਦੋਂ ਵੈਕਸੀਨ ਲਗਵਾਈਏ ਜਦੋਂ ਸੈਕਸ਼ੂਅਲ ਐਕਟੀਵਿਟੀ ਦੀ ਸ਼ੁਰੂਆਤ ਤੋਂ ਪਹਿਲਾਂ। ਇੱਕ ਵਾਰ ਸੈਕਸ਼ੂਅਲ ਐਕਟੀਵਿਟੀ ਦੀ ਸ਼ੁਰੂਆਤ ਹੋ ਜਾਂਦੀ ਹੈ ਤਾਂ ਇਹ ਵੈਕਸੀਨ ਦਾ ਜਿਹੜਾ ਇਫੈਕਟ ਹੈ ਉਹ ਘਟ ਜਾਂਦਾ ਹੈ। ਸੋ 9 ਤੋਂ 26 ਸਾਲ ਦੀ ਉਮਰ ਦੇ ਵਿੱਚ ਜਾ ਕੇ ਇਹ ਵੈਕਸੀਨ ਲਗਵਾਉਣੀ ਚਾਹੀਦੀ ਹੈ। ਜੇ ਤੁਸੀਂ 15 ਸਾਲ ਤੋਂ ਘੱਟ ਹੋ ਯਾਨੀ ਕਿ 9 ਤੋਂ 15 ਸਾਲ ਦੇ ਵਿੱਚ ਹੋ ਤਾਂ ਇਹ ਵੈਕਸੀਨ ਦੇ 2 ਡੋਜ਼ ਲੱਗਦੇ ਨੇ। ਇੱਕ 0 ਮਤਲਬ ਇੱਕ ਪਹਿਲਾ ਡੋਜ਼ ਲੱਗਦਾ ਹੈ ਤੇ ਫਿਰ ਇੱਕ 6 ਮਹੀਨੇ ਤੋਂ ਬਾਅਦ ਡੋਜ਼ ਲੱਗਦਾ ਹੈ। ਜੇ ਤੁਸੀਂ 15 ਤੋਂ ਲੈ ਕੇ 15 ਸਾਲ ਤੋਂ ਉੱਤੇ ਹੋ ਤਾਂ ਇਹਦੇ 3 ਡੋਜ਼ਸ ਲਗਾਏ ਜਾਂਦੇ ਨੇ। ਇੱਕ ਡੋਜ਼, ਫਿਰ ਉਸ ਤੋਂ 1 ਮਹੀਨੇ ਬਾਅਦ ਤੇ ਫਿਰ 6 ਮਹੀਨੇ ਬਾਅਦ। ਸੋ ਇਹ ਵੈਕਸੀਨਸ ਲਈ ਜਾ ਕੇ ਤੁਸੀਂ ਕਿਸੇ ਵੀ ਡਾਕਟਰ, ਕਿਸੇ ਗਾਇਨੇਕੋਲੋਜਿਸਟ ਕੋਲ ਜਾਂ ਕਿਸੇ ਵੀ ਹਸਪੀਟਲ ਵਿੱਚ ਜਾ ਕੇ ਇਹ ਵੈਕਸੀਨਸ ਜ਼ਰੂਰ ਲਗਵਾਓ ਤੇ ਆਪਣੇ ਫਰੈਂਡਸ ਨੂੰ, ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਇਹਨਾਂ ਵੈਕਸੀਨਸ ਬਾਰੇ ਜ਼ਰੂਰ ਦੱਸੋ। ਸੋ ਇਹਦੇ ਨਾਲ ਕੈਂਸਰ ਦਾ ਜਿਹੜਾ ਰਿਸਕ ਹੈ ਉਹ ਕਿਹਾ ਜਾਂਦਾ ਹੈ ਕਿ 95 ਤੋਂ ਲੈ ਕੇ 96% ਤੱਕ ਘਟ ਜਾਂਦਾ ਹੈ। ਕਿਸੇ ਵੀ ਔਰਤ ਨੂੰ ਪਤਾ ਚੱਲਦਾ ਹੈ ਕਿ ਉਹਨੂੰ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ ਤਾਂ ਇੱਕ ਟੈਸਟ ਕੀਤਾ ਜਾਂਦਾ ਹੈ ਜਿਹਨੂੰ ਬਾਇਓਪਸੀ ਟੈਸਟ ਕਿਹਾ ਜਾਂਦਾ ਹੈ। ਪੀਸ ਟੈਸਟ ਲਿੱਤਾ ਜਾਂਦਾ ਹੈ, ਫਿਰ ਦੇਖਿਆ ਜਾਂਦਾ ਹੈ, ਕਨਫਰਮ ਕੀਤਾ ਜਾਂਦਾ ਹੈ ਕਿ ਕੀ ਬੱਚੇਦਾਨੀ ਦਾ ਕੈਂਸਰ ਹੀ ਹੈ ਜਾਂ ਨਹੀਂ। ਜਦੋਂ ਇੱਕ ਵਾਰ ਆ ਗਿਆ ਕੈਂਸਰ ਤਾਂ ਇਹਦੀ ਫਿਰ ਟ੍ਰੀਟਮੈਂਟ ਸ਼ੁਰੂ ਕੀਤੀ ਜਾਂਦੀ ਹੈ। ਟ੍ਰੀਟਮੈਂਟ ਕਰਨ ਦੇ ਜੋ ਤਰੀਕੇ ਹੈ ਉਹ ਇਸ 'ਤੇ ਡਿਪੈਂਡ ਕਰਦੇ ਨੇ ਕਿ ਕੈਂਸਰ ਕਿੰਨਾ ਕੁ ਸਪਰੈਡ ਹੋ ਚੁੱਕਿਆ ਹੈ। ਜੇ ਕੈਂਸਰ ਬਿਲਕੁਲ ਬੱਚੇਦਾਨੀ ਦੇ ਮੂੰਹ ਤੱਕ ਹੀ ਲਿਮਿਟਿਡ ਹੈ ਜਾਂ ਅਰਲੀ ਸਟੇਜ ਦੇ ਵਿੱਚ ਇਸ ਕੈਂਸਰ ਨੂੰ ਫੜਿਆ ਜਾਂਦਾ ਹੈ ਤਾਂ ਇਹਦੀ ਟ੍ਰੀਟਮੈਂਟ ਸਰਜਰੀ ਰਾਹੀਂ ਕੀਤੀ ਜਾਂਦੀ ਹੈ, ਬੱਚੇਦਾਨੀ ਰਿਮੂਵ ਕੀਤੀ ਜਾਂਦੀ ਹੈ ਤੇ ਇਸ ਵਿੱਚ ਸਰਵਾਈਵਲ ਜਿਹੜਾ ਚਾਂਸ ਹੈ ਜਾਂ ਜੋ ਰਿਕਵਰੀ ਰੇਟ ਹੈ ਉਹ 95 ਤੋਂ 96% ਦੇ ਲਾਗੇ ਛਾਗੇ ਹੈ, ਜੋ ਕਿ ਕਾਫੀ ਚੰਗਾ ਸਰਵਾਈਵਲ ਹੋ ਜਾਂਦਾ ਹੈ। ਬਟ ਇਹ ਉਦੋਂ ਹੈ ਜਦੋਂ ਕੈਂਸਰ ਆਪਾਂ ਨੂੰ ਉਦੋਂ ਪਤਾ ਚੱਲੇ ਜੋ ਇਨੀਸ਼ੀਅਲ ਸਟੇਜ ਦੇ ਵਿੱਚ ਹੈ। ਇੱਕ ਵਾਰ ਕੈਂਸਰ ਅੱਗੇ ਵਧਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਹਦੀ ਸਟੇਜ ਵੱਧਦੀ ਜਾਂਦੀ ਹੈ, ਉਹਦੀ ਰਿਕਵਰੀ ਘੱਟ ਹੁੰਦੀ ਜਾਂਦੀ ਹੈ, ਸਰਵਾਈਵਲ ਦੇ ਜਿਹੜੇ ਚਾਂਸਸ ਹੈ ਉਹ ਘਟਦੇ ਜਾਂਦੇ ਨੇ। ਉਦੋਂ ਫਿਰ ਜਿਹੜਾ ਇਹਦੀ ਟ੍ਰੀਟਮੈਂਟ ਕੀਤੀ ਜਾਂਦੀ ਹੈ ਉਹ ਸੇਕਿਆਂ ਨਾਲ ਜਾਂ ਕੀਮੋਥੈਰੇਪੀ ਦੇ ਨਾਲ ਕੀਤੀ ਜਾਂਦੀ ਹੈ, ਪਰ ਫਿਰ ਵੀ ਇਹਦਾ ਟ੍ਰੀਟਮੈਂਟ ਅਵੇਲੇਬਲ ਹੈ। ਸੋ ਆਪਣੇ ਜਿਹੜੇ ਲੱਛਣ ਨੇ ਜਿਹੜੇ ਮੈਂ ਤੁਹਾਨੂੰ ਦੱਸੇ ਉਹਨਾਂ ਨੂੰ ਅਵੋਇਡ, ਇਗਨੋਰ ਨਾ ਕਰੋ। ਆਮ ਤੌਰ 'ਤੇ ਜਿਹੜੀ ਫੀਮੇਲ ਹੈ ਉਹ ਇਸ ਚੀਜ਼ ਦੇ ਇਹ ਸਿੰਪਟਮ ਨੂੰ ਬਹੁਤ ਅਵੋਇਡ ਕਰਦੀ ਹੈ ਕਿ ਕੋਈ ਗੱਲ ਨਹੀਂ, ਵਜਾਈਨਲ ਡਿਸਚਾਰਜ ਹੀ ਹੈ, ਇਨਫੈਕਸ਼ਨ ਹੀ ਹੋਈ ਹੈ, ਉਹ ਹੌਲੀ ਹੌਲੀ ਠੀਕ ਹੋ ਜਾਏਗੀ। ਪਰ ਇਸ ਤਰ੍ਹਾਂ ਨਹੀਂ ਹੈ। ਤੁਸੀਂ ਆਪਣੀ ਜੋ ਵੀ ਸਿੰਪਟਮ ਆਉਂਦਾ ਹੈ ਉਸ ਚੀਜ਼ ਨੂੰ ਜਾ ਕੇ ਆਪਣੇ ਡਾਕਟਰ ਨਾਲ ਡਿਸਕਸ ਕਰਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿ ਇਸ ਚੀਜ਼ ਨੂੰ ਪਤਾ ਚੱਲੇ ਕਿ ਕੋਈ ਪ੍ਰੋਬਲਮ ਤਾਂ ਨਹੀਂ।